ਦਾ ਕੀ ਤਰਕ ਹੈ ਇਹਨਾਂ ਪੂਰੀਆਂ ਟਿੱਪਣੀਆਂ ਨੂੰ ਲੈ ਕੇ ਇਹ ਜਾਣਨਾ ਵੀ ਜ਼ਰੂਰੀ ਹੈ। ਸਾਡੇ ਨਾਲ ਹਰਿਆਣਾ ਬੀਜੇਪੀ ਦੇ ਸੀਨੀਅਰ ਆਗੂ ਰਮਨ ਮਲਿਕ ਜੁੜੇ ਹੋਏ ਨੇ। ਰਮਨ ਜੀ, ਸਵਾਗਤ ਹੈ ਨਿਊਜ਼ 18 ਪੰਜਾਬ ਤੇ। ਤੁਸੀਂ ਵਿਸਤਾਰ ਦੇ ਨਾਲ ਜ਼ਰੂਰ ਵਾਕਿਫ ਹੋ ਗਏ ਹੋਵੋਗੇ ਕਿ ਕਿਹੜੀਆਂ ਵੱਡੀਆਂ ਟਿੱਪਣੀਆਂ ਪ੍ਰਦੂਸ਼ਣ ਦੇ ਮਸਲੇ ਤੇ ਕੀਤੀਆਂ ਗਈਆਂ ਨੇ। ਸਿੱਧੇ ਤੌਰ ਤੇ ਸੁਪਰੀਮ ਕੋਰਟ ਨੇ ਕਿਹਾ ਕਿ ਪ੍ਰਦੂਸ਼ਣ ਦੇ ਲਈ ਸਿਰਫ ਕਿਸਾਨ ਹੀ ਜ਼ਿੰਮੇਵਾਰ ਨਹੀਂ ਨੇ ਤੇ ਨਾਲ ਹੀ ਕੇਂਦਰ ਸਣੇ ਸੂਬਾ ਸਰਕਾਰਾਂ ਨੂੰ ਝਾੜ ਵੀ ਪਾਈ ਹੈ। ਪਹਿਲਾ रिएक्शन ਕੀ ਹੈ ਤੁਹਾਡਾ? देखिए, जहाँ तक बात प्रदूषण की है, ये सबको इफेक्ट कर रहा है, किसी एक को नहीं कर रहा। दूसरी चीज जो सबसे बड़ी है वो ये है कि आज जो टिप्पणियां कर रहे हैं उनको अपने आप भी सोचना चाहिए, क्योंकि मैं ये मानता हूं कि जब आप न्यायालय में होते हैं तो आप व्यक्ति की जगह वह इंस्टीट्यूशन हो जाते हैं, वो आप एक व्यक्ति नहीं रहते। लेकिन हाल फिलहाल में जो मैंने देखा है, समझा है, जिस प्रकार से टिप्पणियां आई हैं, मैं वो गलत नहीं ठहराता, लेकिन जिस एक प्रवृत्ति या एक मंशा से टिप्पणियां करी जा रही हैं वह उन्हें सोचना चाहिए। उसके साथ साथ मैं ये भी बोलता हूं कि प्रदूषण की समस्या सबको इफेक्ट करती है, इसलिए इसके ऊपर गहन चिंतन होना चाहिए। सरकारों को, खासकर ऐसी सरकारों को जो रिस्पॉन्सिबल नहीं है। हरियाणा के अंदर क्या क्या काम हुआ ये सब देख सकते हैं, चाहे वो हैप्पी फीडर है या दूसरी चीजें या इथेनॉल बनना है, वो सब हो रहा है, शुरू हो चुका है। एक अच्छी प्रगति कर रहा है काम। लेकिन जहां पंजाब में जिस प्रकार से पराली जल रही है या दिल्ली में जिस प्रकार से प्रदूषण फैल रहा है, चाहे वो गाड़ियों का हो, कंस्ट्रक्शन का हो या यमुना का जो हाल हुआ वो भी आपने देखा। तो मैं ये समझना चाहूंगा कि जो रिसर्च होके एक स्टडीज आई हुई है सरकारी। ठीक है रमन जी, मैं ਤੁਹਾਡੇ ਨਾਲ ਮੁੜ ਤੋਂ ਰੋਕ ਕਰਦਾ। ਸਾਡੇ ਨਾਲ ਕਿਸਾਨ ਆਗੂ ਹਰਿੰਦਰ ਲੱਖੋਵਾਲ ਜੁੜੇ ਹੋਏ। ਲੱਖੋਵਾਲ ਸਾਹਿਬ, ਤੁਹਾਡਾ ਸਵਾਗਤ ਹੈ ਨਿਊਜ਼ 18 ਪੰਜਾਬ ਤੇ। ਤੁਹਾਡਾ ਪ੍ਰਤੀਕਰਮ ਜਾਨਣਾ ਬਹੁਤ ਜ਼ਰੂਰੀ ਹੈ, ਕਿਉਂਕਿ ਜਦੋਂ ਵੀ ਵਾਰ-ਵਾਰ ਜ਼ਿਕਰ ਹੁੰਦਾ ਹੈ ਪ੍ਰਦੂਸ਼ਣ ਦਾ ਤੇ ਸਿੱਧੇ ਤੌਰ ਤੇ ਕਿਹਾ ਜਾਂਦਾ ਕਿ ਕਿਸਾਨ ਜ਼ਿੰਮੇਵਾਰ ਨੇ, ਪਰ ਸੁਪਰੀਮ ਕੋਰਟ ਨੇ ਵੱਡੀ ਟਿੱਪਣੀ ਕੀਤੀ ਹੈ ਕਿ ਸਿਰਫ ਕਿਸਾਨ ਹੀ ਇਸ ਪ੍ਰਦੂਸ਼ਣ ਦੇ ਲਈ ਜ਼ਿੰਮੇਵਾਰ ਨਹੀਂ ਨੇ। ਤੁਹਾਡਾ ਕੀ ਹੈ ਪਹਿਲਾ ਪ੍ਰਤੀਕਰਮ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਤੇ? ਕਿਸਾਨ ਇਹਦੇ ਲਈ ਕੋਈ ਜ਼ਿੰਮੇਵਾਰ ਨਹੀਂ, ਕਿਉਂਕਿ ਜੇ ਪੋਲਿਊਸ਼ਨ ਵੀ ਹੁੰਦਾ ਤਾਂ ਅਸੀਂ ਖੇਤਾਂ 'ਚ ਰਹਿੰਦੇ ਹਾਂ, ਪਿੰਡਾਂ 'ਚ ਬੈਠੇ ਹਾਂ, ਤਾਂ ਪੋਲਿਊਸ਼ਨ ਸਾਡੇ ਬੱਚਿਆਂ ਤਾਂ ਸਾਡੇ ਤੱਕ ਸਾਰਿਆਂ ਨੂੰ ਪਹਿਲਾਂ ਜਿਹੜਾ ਧੂੰਆਂ ਪਹੁੰਚਦਾ, ਉਹਦੇ ਲਈ ਸਰਕਾਰਾਂ ਜ਼ਿੰਮੇਵਾਰ ਨੇ। ਅਸੀਂ ਬਾਰ-ਬਾਰ ਸਰਕਾਰਾਂ ਨੂੰ ਇਹ ਬੇਨਤੀਆਂ ਕਰ ਚੁੱਕੇ ਹਾਂ ਵੀ ਸਾਨੂੰ ਸਿੱਧੀ ਸਬਸਿਡੀ ਦੇ ਦਿਓ, ਕਿਉਂਕਿ ਪਰਾਲੀ ਲਈ ਜਿਹੜਾ ਸਾਡੇ ਕੋਲ ਜਿਹੜੇ ਇੰਪਲੀਮੈਂਟ ਨੇ ਉਹ ਸਾਡੇ ਕੋਲ ਹੈ ਨਹੀਂ। ਪਰ ਸੈਂਟਰ ਸਰਕਾਰ ਵੀ ਜਾਣ ਬੁੱਝ ਕੇ ਮਸ਼ੀਨਰੀ ਆ ਲੈ ਲਓ, ਤੁਹਾਨੂੰ ਆ ਮਸ਼ੀਨਰੀ ਹੈਪੀ ਸੀਡਰ ਦਿੰਦੇ ਆ, ਤੁਹਾਨੂੰ ਰੋਟਾਵੇਟਰ ਦਿੰਦੇ ਆ, ਜਿਹੜੀਆਂ ਮਸ਼ੀਨਰੀਆਂ ਸਾਨੂੰ ਇਹ ਸਬਸਿਡੀ ਤੇ ਵੀ ਦਿੰਦੇ ਆ। ਉਹ ਪਹਿਲਾਂ ਤਾਂ ਜਿਹੜੀਆਂ ਕੰਪਨੀਆਂ ਹੀ ਰਲ ਜਾਂਦੀਆਂ ਨੇ ਉਹ ਰੇਟ ਇੰਨਾ ਵਧਾ ਦਿੰਦੀਆਂ ਨੇ, ਉਹ ਕੋਈ ਬਹੁਤਾ ਲੰਮਾ ਚੌੜਾ ਫਰਕ ਨਹੀਂ ਪੈਂਦਾ। ਜੇ 50-60% ਸਬਸਿਡੀ ਆ ਤਾਂ ਸਾਨੂੰ 10-15-20% ਦਾ ਹੀ ਫਾਇਦਾ ਹੁੰਦਾ। ਦੂਸਰਾ, ਜਿਹੜੀ ਮਾਲਕੀ ਵਾਲੀ ਜ਼ਮੀਨ ਆ ਪੰਜਾਬ ਦੇ ਵਿੱਚ, ਉਹ 60-70% ਕਿਸਾਨਾਂ ਕੋਲ 2.5 ਏਕੜ ਤੋਂ ਥੱਲੇ ਵਾਲੀ ਮਾਲਕੀ ਦੇ ਕਿਸਾਨ ਨੇ, ਛੋਟੇ ਕਿਸਾਨ ਨੇ। ਉਹ ਜਿਹੜੇ ਇਹ ਮਸ਼ੀਨਰੀ ਵੀ ਸਾਨੂੰ ਦਿੰਦੇ ਆ ਸਬਸਿਡੀ ਤੇ, ਉਹਨਾਂ ਲਈ ਟਰੈਕਟਰ ਵੀ ਵੱਡਾ ਚਾਹੀਦਾ। 50-60 ਹਾਰਸ ਪਾਵਰ ਤੋਂ ਵੱਡਾ ਟਰੈਕਟਰ ਇਹ ਮਸ਼ੀਨਰੀ ਨੂੰ ਖਿੱਚਦਾ, ਜਿਹੜੀ ਪਰਾਲੀ ਖੇਤਾਂ ਦੇ ਵਿੱਚ ਗਾਲਦੀ ਆ। ਉਹ 8-10 ਲੱਖ ਦਾ ਅਸੀਂ ਟਰੈਕਟਰ ਕਿੱਥੋਂ ਲਾਈਏ? ਇਹ ਵੱਡੀ ਜਿਹੜੀ ਇਹ ਗੱਲ ਆ ਵੀ ਇਹ ਮਸ਼ੀਨਰੀਆਂ ਦਾ ਕੋਈ ਫਾਇਦਾ ਨਹੀਂ ਹੈਗਾ। ਇਹ ਜਾਣ ਬੁੱਝ ਕੇ ਕੰਪਨੀਆਂ ਨੂੰ ਵੀ ਫਾਇਦਾ ਪਾਉਂਦੇ ਆ। ਅਸੀਂ ਇਹਨਾਂ ਨੂੰ ਕਿਹਾ ਸੀ ਸਾਨੂੰ 100 ਰੁਪਏ ਕੁਆਂਟਲ ਜਿਹੜਾ ਰੇਟ ਦੇ ਵਿੱਚ ਜੋੜ ਦੋ, ਅਸੀਂ ਆਪੇ ਕਿਰਾਏ ਤੇ ਵਿਖਾਈਏ, ਕਿਸੇ ਤੋਂ ਕਿਵੇਂ ਕਰਾਈਏ। 25-28 ਤੋਂ 30 ਕੁਆਂਟਲ ਝੋਨਾ ਨਿਕਲਦਾ, 3000 ਰੁਪਇਆ ਕਿੱਲੇ ਦਾ ਸਾਨੂੰ ਵਾਧੂ ਦੇ ਦਿਓ। ਅਸੀਂ ਗਰੰਟੀ ਕਰਦੇ ਹਾਂ ਪਹਿਲੇ ਸਾਲ ਸਾਨੂੰ, ਪਹਿਲੇ 2 ਸਾਲ 100 ਦੇ ਦਿਓ, ਫਿਰ ਸਾਨੂੰ 70-80 ਰੁਪਏ 3 ਸਾਲਾਂ 'ਚ ਅਸੀਂ ਆਪਦਾ ਕੋਈ ਮਸ਼ੀਨਰੀ ਜਾਂ ਕੋਈ ਆਪਦੀ ਡਿਵੈਲਪ ਕਰ ਲਾਂਗੇ, ਬਣਾ ਲਵਾਂਗੇ। ਪਰ ਇਹ ਸਮਝੇ ਨਹੀਂ ਰਹੀਆਂ ਸਰਕਾਰਾਂ, ਇਹ ਜਾਣ ਬੁੱਝ ਕੇ ਸਾਡੇ ਤੇ ਲੋਹਾ। ਠੀਕ ਹੈ ਲੱਖੋਵਾਲ ਸਾਹਿਬ, ਤੁਸੀਂ ਬੜੇ ਅਹਿਮ ਸਵਾਲ ਉਠਾਏ। ਸਾਡੇ ਨਾਲ ਬੀਜੇਪੀ ਆਗੂ ਰਮਨ ਮਲਿਕ ਜੀ ਵੀ ਜੁੜੇ ਹੋਏ ਨੇ। ਰਮਨ ਜੀ, ਲੱਖੋਵਾਲ ਸਾਹਿਬ ਕਿਸਾਨਾਂ ਦੀ ਇਹ ਮਜਬੂਰੀ ਦੱਸ ਰਹੇ ਨੇ, ਸਿੱਧੇ ਤੌਰ ਤੇ ਡਾਇਰੈਕਟ ਸਬਸਿਡੀ ਦੀ ਮੰਗ ਕਰ ਰਹੇ ਨੇ। ਲਗਾਤਾਰ ਇਹ ਮੁੱਦਾ ਗਰਮਾਉਂਦਾ ਹੈ, ਪਰ ਜਦੋਂ ਵੀ ਪ੍ਰਦੂਸ਼ਣ ਦਾ ਮਸਲਾ ਹੁੰਦਾ ਤੇ ਇਹ ਕਹਿ ਦਿੱਤਾ ਜਾਂਦਾ ਹੈ ਸਿੱਧੇ ਤੌਰ ਤੇ ਕਿ ਕਿਸਾਨ ਜ਼ਿੰਮੇਵਾਰ ਨੇ। ਪਰ ਸੁਪਰੀਮ ਕੋਰਟ ਨੇ ਬਹੁਤ ਵੱਡੀ ਟਿੱਪਣੀ ਕੀਤੀ ਹੈ ਕਿ ਸਿਰਫ ਕਿਸਾਨ ਹੀ ਜ਼ਿੰਮੇਵਾਰ ਨਹੀਂ ਨੇ। ਤੁਹਾਨੂੰ ਕੀ ਲੱਗਦਾ ਹੈ ਕਿ ਕਿਸਾਨਾਂ ਦਾ ਕਿੰਨਾ ਵੱਡਾ ਫੈਕਟਰ ਮੰਨਦੇ ਹੋ? ਪਰ ਜੋ ਲੱਖੋਵਾਲ ਸਾਹਿਬ ਮੰਗ ਕਰ ਰਹੇ ਨੇ ਕਿ ਸਿੱਧੀ ਉਹਨਾਂ ਨੂੰ ਸਬਸਿਡੀ ਦੇ ਦਿਓ, ਉਹਨਾਂ ਨੂੰ ਮੁਆਵਜ਼ਾ ਦੇ ਦਿਓ, ਤੇ ਉਹ ਕਿਸਾਨ ਕਹਿੰਦੇ ਨੇ ਕਿ ਅਸੀਂ ਪਰਾਲੀ ਨੂੰ ਅੱਗ ਨਹੀਂ ਲਗਾਵਾਂਗੇ। सर, आपके सामने है आज जो रेट केंद्र और प्रदेशों की सरकार ने डीजल के कम करे, जिस अनुपात में
डीजल के रेट कम हुए, क्या उसी अनुपात में भाड़ा कम हो गया? क्या उस अनुपात में महंगाई कम हो गई? वो इसलिए नहीं हुई कि कोई भी अपना लालच नहीं छोड़ता है, ये एक सत्य बात है। अब मेरा कहना इतना है कि स्टेट गवर्नमेंट का, एक एक स्टेट गवर्नमेंट का, आप दिल्ली, यूपी, पंजाब और हरियाणा, चारों स्टेट गवर्नमेंट के लिए 10 मानक बना लो कि जी ये 10 मानक पे हम टेस्ट करेंगे कि कौन सी सरकार प्रदूषण के लिए काम कर रही है। और आप अपनी चैनल पे 2 दिन में, 4 दिन में आप इशू कर दो, आपको खुद पता लग जाएगा हरियाणा क्या कर रहा है, पंजाब क्या कर रहा है, दिल्ली क्या कर रहा है। ਰਮਨ ਜੀ, ਸੁਪਰੀਮ ਕੋਰਟ ਨੇ ਸਿੱਧੇ ਤੌਰ ਤੇ ਝਾੜ ਵੀ ਪਾਈ ਹੈ ਕੇਂਦਰ ਸਣੇ ਸੂਬਾ ਸਰਕਾਰਾਂ ਨੂੰ ਕਿ ਸਰਕਾਰਾਂ ਦੱਸਣ ਕਿ ਹੁਣ ਤੱਕ ਕਦਮ ਕਿਹੜੇ ਚੁੱਕੇ ਗਏ ਨੇ ਇਸ ਪ੍ਰਦੂਸ਼ਣ ਨੂੰ ਖਤਮ ਕਰਨ ਦੇ ਲਈ। प्लान किया सरकारों के कोल, हुण तक प्रदूषण खत्म क्यों नहीं हुआ? आपसे बात करना चाह रहा हूँ, मैं आपसे वही बात करना चाह रहा हूँ। सुप्रीम कोर्ट की एक सैंक्टिटी है, उसको मैं सवाल नहीं खड़ा करूंगा, लेकिन मैं आज ये सवाल पूछने के लिए मजबूर हूँ कि सुप्रीम कोर्ट के जब ब्रदर जजेस प्रेस वार्ता करते हैं तब तक ठीक, उसके बाद जब रंजन गोगोई साहब फैसला देते हैं राम मंदिर पे और दूसरे विषयों पे, तो उनकी इम्पीचमेंट के लिए बार बार बोला जाता है। रफाल का जो सौदा था उसके ऊपर जो सुप्रीम कोर्ट ने जजमेंट दी, उसके लिए संजय सिंह जैसे लोग सड़कों पे आके बोलते हैं कि जी वो कोर्ट बिका हुआ था, नायब तहसीलदार बेटर एक दे देगा जजमेंट। तो मैं आज ये पूछना चाहता हूं कि ये जो दोगलापन है, और रमन जी मेरा सीधा जो सवाल है कि तुसी जो सुप्रीम कोर्ट ਨੂੰ ਟਿੱਪਣੀਆਂ ਕੀਤੀਆਂ ਗਈਆਂ ਨੇ, ਜੋ फैक्टर दसे गए ने, उस दे नाल सहमत नहीं हो? ਤੁਹਾਨੂੰ इतराज है उस ते? मेरे को इतराज ये है कि जहां तक PM 2.5 और PM 10 का विषय है, तो दिल्ली की प्रदूषण में सबसे ज्यादा भागीदारी कंस्ट्रक्शन और गाड़ियों के पोल्यूशन की है, नंबर 1। नंबर 2, वो बोलते हैं